ਨਿਰੰਜਨ ਤਸਨੀਮ ਦੇ ਕਿਹੜੇ ਨਾਵਲ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਤੇ ਜ਼ਰਾ ਇਹ ਵੀ ਦੱਸਿਓ ਕਿ ਨਿਰੰਜਨ ਤਸਨੀਮ ਉਹਨਾਂ ਦਾ ਜਨਮ ਕਦੋਂ ਤੇ ਕਿੱਥੇ ਹੋਇਆ, ਉਹਨਾਂ ਦਾ ਦੇਹਾਂਤ ਕਿਹੜੇ ਸਨ ਵਿੱਚ ਤੇ ਕਿੱਥੇ ਹੋਇਆ। ਇਹ ਵੀ ਦੱਸ ਦਿਓ ਕਿ ਨਿਰੰਜਨ ਤਸਨੀਮ ਹੋਰਾਂ ਨੇ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਤੇ ਕਿਹੜੇ ਨਾਵਲ ਦੇ ਉੱਪਰ ਪ੍ਰਾਪਤ ਕੀਤਾ। ਤੇ ਪਿਆਰੇ ਵਿਦਿਆਰਥੀਓ, ਨਿਰੰਜਨ ਤਸਨੀਮ ਹੋਰਾਂ ਬਾਰੇ ਇੱਕ ਵਿਸਥਾਰਤ ਚਰਚਾ ਤੋਂ ਬਾਅਦ ਕੁਝ ਪ੍ਰਸ਼ਨ ਜਿਹੜੇ ਨੇ ਉਹ ਪੁੱਛੇ ਜਾ ਰਹੇ ਨੇ। ਡਿਸਕ੍ਰਿਪਸ਼ਨ ਦੇ ਵਿੱਚ ਉਹ ਪ੍ਰਸ਼ਨ ਪਾ ਦਿੱਤੇ ਨੇ। ਲੈਕਚਰ ਸੁਣਨ ਉਪਰੰਤ ਤੁਸੀਂ ਉਹਨਾਂ ਦੇ ਜਵਾਬ ਕਮੈਂਟ ਬਾਕਸ ਦੇ ਵਿੱਚ ਦੇਣੇ ਆ। ਸਤਿ ਸ੍ਰੀ ਅਕਾਲ। LDD TV ਦੇਖ ਰਹੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਪ੍ਰੋਫੈਸਰ ਜਸਵੀਰ ਸਿੰਘ ਤੇ ਤੁਸੀਂ ਵੇਖ ਰਹੇ ਹੋ LDD TV ਦੇ ਉੱਪਰ ਨਾਵਲ ਤੇ ਨਾਵਲਕਾਰ ਭਾਗ 9ਵਾਂ। ਤੇ ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਨਿਰੰਜਨ ਤਸਨੀਮ ਉਹਨਾਂ ਦੇ ਨਾਵਲਾਂ ਦੀ ਗੱਲ ਕਰਾਂਗੇ, ਉਹਨਾਂ ਦੀ ਸਿਰਜਣਾ ਦੀ ਗੱਲ ਕਰਾਂਗੇ, ਜੀਵਨ ਦੀ ਗੱਲ ਕਰਾਂਗੇ। ਤੇ ਪਿਆਰੇ ਵਿਦਿਆਰਥੀਓ, ਆਪਾਂ ਸਮਾਂ ਬਰਬਾਦ ਕੀਤੇ ਬਿਨਾਂ ਹੀ ਹਵਾਲੇ ਸਹਿਤ ਪੜ੍ਹਨਾ ਸ਼ੁਰੂ ਕਰਦੇ ਹਾਂ। ਨਿਰੰਜਨ ਤਸਨੀਮ ਉਹਨਾਂ ਦਾ ਜਨਮ 1 ਮਈ 1929 ਈਸਵੀ ਨੂੰ ਉਹਨਾਂ ਦੇ ਨਾਨਕੇ ਤਰਨਤਾਰਨ ਸਾਹਿਬ ਵਿਖੇ ਹੋਇਆ ਸੀ। ਪਰ ਆਪਾਂ ਨੂੰ ਉਹਨਾਂ ਦੇ ਦਾਦਕਿਆਂ ਦਾ ਵੀ ਪਤਾ ਹੋਣਾ ਚਾਹੀਦਾ ਆ। ਉਹਨਾਂ ਦੇ ਦਾਦਕੇ ਅੰਮ੍ਰਿਤਸਰ ਸਾਹਿਬ ਵਿਖੇ ਰਹਿੰਦੇ ਸੀਗੇ। ਠੀਕ ਹੈ ਜੀ। ਨਾਨਕੇ ਮਤਲਬ ਮਾਤਾ ਦੇ ਪੇਕੇ, ਦਾਦਕੇ ਮਤਲਬ ਉਹਦੇ ਪਿਤਾ ਤੇ ਉਹਨਾਂ ਦੇ ਵਡੇਰੇ ਜਿਹੜੇ ਆ ਜਿੱਥੇ ਰਹਿੰਦੇ ਸੀ। ਇਹ ਆਪਾਂ ਨੂੰ ਕਲੀਅਰ ਹੋਣਾ ਚਾਹੀਦਾ ਆ, ਕਿਉਂਕਿ ਨਾਨਕਿਆਂ ਬਾਬਤ ਤਾਂ ਜਾਣਕਾਰੀ ਮਿਲਦੀ ਆ, ਦਾਦਕਿਆਂ ਬਾਬਤ ਬਹੁਤ ਘੱਟ ਮਿਲਦੀ ਆ। ਨਿਰੰਜਨ ਤਸਨੀਮ ਹੋਰਾਂ ਦੇ ਪ੍ਰਪੇਖ ਵਿੱਚ ਕਹਿ ਰਿਹਾ ਮੈਂ। ਜੇਕਰ ਆਪਾਂ ਉਹਨਾਂ ਦੀ ਮਾਤਾ ਦਾ ਨਾਮ ਨੋਟ ਕਰਨਾ ਹੋਵੇ ਤਾਂ ਸ਼੍ਰੀਮਤੀ ਸੀਤਾਵਤੀ ਜੀ, ਉਹਨਾਂ ਦੇ ਪਿਤਾ ਸਰਦਾਰ ਕਰਮ ਸਿੰਘ, ਨੋਟ ਕਰ ਲਵੋ ਜੀ। ਤੇ ਤਸਨੀਮ ਹੋਰਾਂ ਦੀ ਪੜ੍ਹਾਈ ਜਿਹੜੀ ਆ ਸਕੂਲੀ ਸਿੱਖਿਆ ਦਾ ਆਗਾਜ਼ ਮਤਲਬ ਸ਼ੁਰੂ ਹੋਈ ਸੀਗੀ ਅੰਮ੍ਰਿਤਸਰ ਵਿੱਚ ਮਿਊਨਿਸਪਲ ਕਮੇਟੀ ਦੇ ਪ੍ਰਾਇਮਰੀ ਸਕੂਲ ਤੋਂ। ਤੇ 4 ਜਮਾਤਾਂ ਪੜ੍ਹਨ ਉਪਰੰਤ ਮਿਡਲ ਤੱਕ ਚੌਰਸਤੀ ਅਟਾਰੀ ਵਾਲੀ ਬ੍ਰਾਂਚ ਵਿੱਚ ਪੜ੍ਹੇ ਨਿਰੰਜਨ ਤਸਨੀਮ ਜੀ। ਤੇ 10ਵੀਂ ਘਿਓ ਮੰਡੀ, ਜਿਹਨੂੰ ਅੱਜ ਕੱਲ੍ਹ ਸ਼ੇਰਾਂ ਵਾਲਾ ਗੇਟ ਕਹਿੰਦੇ ਆ, ਵਾਲੇ ਬਾਲ ਮੁਕੰਦ ਖੱਤਰੀ ਹਾਈ ਸਕੂਲ ਤੋਂ ਕੀਤੀ ਸੀਗੀ। ਤੇ ਜੇਕਰ ਆਪਾਂ BA ਦੀ ਗੱਲ ਕਰੀਏ, ਬੈਚਲਰ ਆਫ ਆਰਟਸ, BA ਤੱਕ ਦੀ ਪੜ੍ਹਾਈ ਹਿੰਦੂ ਕਾਲਜ ਅੰਮ੍ਰਿਤਸਰ ਵਿੱਚ ਪੜ੍ਹੇ ਤਸਨੀਮ ਸਾਹਿਬ। ਤੇ ਫਿਰ ਸ਼ਿਮਲੇ ਗਏ, ਜਿੱਥੇ AG ਪੰਜਾਬ ਵਿੱਚ ਬਤੌਰ ਆਡੀਟਰ ਨੌਕਰੀ ਕੀਤੀ ਸੀਗੀ। ਤੇ ਜੇਕਰ ਆਪਾਂ ਉਸ ਤੋਂ ਅਗਾਂਹ ਦੀ ਗੱਲ ਕਰੀਏ ਤਾਂ ਫਿਰ ਪੀਯੂ ਹੈਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅੰਗਰੇਜ਼ੀ ਦੀ MA ਕੀਤੀ ਤਸਨੀਮ ਹੋਰਾਂ ਨੇ। ਫਿਰ ਉਹ ਕਾਲਜ ਵਿੱਚ ਲੈਕਚਰਾਰ ਲੱਗ ਗਏ। ਨਿਰੰਜਨ ਤਸਨੀਮ ਨੇ ਆਪਣੇ ਜੀਵਨ ਦੇ ਪਹਿਲੇ 22 ਸਾਲ ਗੁਰੂ ਕੀ ਨਗਰੀ ਭਾਵ ਅੰਮ੍ਰਿਤਸਰ ਸਾਹਿਬ ਵਿਖੇ ਗੁਜ਼ਾਰੇ। ਵੈਰੀ ਇੰਪੋਰਟੈਂਟ, ਸਟਾਰ ਪਾ ਲਵੋ। ਤੇ ਨਿਰੰਜਨ ਤਸਨੀਮ ਹੋਰਾਂ ਦੇ ਦਾਦਾ ਜੀ ਦਾ ਨਾਮ ਰਾਮ ਜੀ ਸਿੰਘ ਸੀਗਾ। ਉਹ ਇੱਕ ਜੋਤਸ਼ੀ ਸੀਗੇ, ਪਰ ਗੁਰਬਾਣੀ ਦੇ ਵਿੱਚ ਵੀ ਯਕੀਨ ਰੱਖਦੇ ਸੀ, ਕਾਫੀ ਜ਼ਿਆਦਾ ਚਰਚਾ ਕਰਦੇ ਰਹਿੰਦੇ ਸੀ। ਤੇ ਨਿਰੰਜਨ ਤਸਨੀਮ ਜੀ ਆਪਣੇ ਤਾਇਆ ਜੀ ਤੋਂ ਬਹੁਤ ਪ੍ਰਭਾਵਿਤ ਹੋਏ, ਜਿਨ੍ਹਾਂ ਦਾ ਨਾਮ ਪੂਰਨ ਸਿੰਘ ਹੁਨਰ ਸੀ। ਹੁਨਰ ਉਹਨਾਂ ਦਾ ਤਖੱਲੁਸ ਸੀਗਾ, ਸਾਹਿਤਕ ਨਾਮ। ਉਹ ਇੱਕ ਕਵੀ ਸੀਗੇ, ਸ਼ਾਇਰ ਸੀਗੇ। ਤੇ ਇਸੇ ਤਰ੍ਹਾਂ ਹੀ ਨਿਰੰਜਨ ਤਸਨੀਮ ਜੀ ਦੇ ਚਾਚਾ ਜੀ ਮਹਿੰਦਰ ਸਿੰਘ ਕੌਸਰ ਵੀ ਇੱਕ ਵੱਡੇ ਕਵੀ ਸੀਗੇ, ਜਿਨ੍ਹਾਂ ਤੋਂ ਇਹਨਾਂ ਨੇ ਪ੍ਰਭਾਵ ਗ੍ਰਹਿਣ ਕਰਕੇ ਸਾਹਿਤ ਵੱਲ ਨੂੰ ਕਦਮ ਪੁੱਟੇ। ਪਿਆਰੇ ਵਿਦਿਆਰਥੀਓ, 8ਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਸਾਹਿਤ ਵਿੱਚ ਰੁਚੀ ਲੈਣੀ ਆਰੰਭ ਕਰ ਦਿੱਤੀ ਸੀ ਤਸਨੀਮ ਹੋਰਾਂ ਨੇ। ਤੇ ਆਪਣਾ ਤਖੱਲੁਸ ਜੋ ਤਸਨੀਮ ਰੱਖਿਆ ਆ, ਇਹ ਤਸਨੀਮ ਹੋਰਾਂ ਦੇ ਚਾਚੇ ਦੇ ਦੋਸਤ ਨੇ ਰੱਖਣ ਦਾ ਮਸ਼ਵਰਾ ਦਿੱਤਾ ਸੀਗਾ। ਤੇ ਉਸ ਤੋਂ ਬਾਅਦ ਨਿਰੰਜਨ ਦੇ ਨਾਲ ਤਸਨੀਮ ਜਿਹੜੀ ਆਰਜ਼ੂ ਆ ਉਹ ਲੱਗਾ ਰਿਹਾ। ਭਾਵ ਸਾਰੀ ਉਮਰ ਉਹਨਾਂ ਨੇ ਆਪਣੇ ਇਸ ਤਖੱਲੁਸ ਸਾਹਿਤਕ ਨਾਮ ਹੇਠ ਆਪਣੀਆਂ ਰਚਨਾਵਾਂ ਲਿਖੀਆਂ। ਤੇ ਕਾਲਜ ਵਿਦਿਆ ਦੌਰਾਨ ਭਾਵ ਕਾਲਜ ਪੜ੍ਹਦਿਆਂ ਬਜ਼ਮ-ਏ-ਸੁਖਨੇ ਦੇ ਜਨਰਲ ਸਕੱਤਰ, ਬਜ਼ਮ-ਏ-ਸੁਖਨੇ ਜਿਹੜੀ ਆ ਇਹ ਇੱਕ ਮੈਗਜ਼ੀਨ ਆ, ਅਤੇ ਕਾਲਜ ਮੈਗਜ਼ੀਨ ਸ਼ਿਵਾਲਾ ਦੇ ਉਰਦੂ ਸੈਕਸ਼ਨ ਦੇ ਵਿਦਿਆਰਥੀ ਸੰਪਾਦਕ ਵੀ ਬਣੇ ਸੀਗੇ ਤਸਨੀਮ ਜੀ। ਬਹੁਤ ਇੰਪੋਰਟੈਂਟ ਹੈ ਵਿਦਿਆਰਥੀਓ। ਆਪਾਂ ਹੁਣ ਨਿਰੰਜਨ ਤਸਨੀਮ ਹੋਰਾਂ ਦਾ ਕਥਨ ਪੜ੍ਹਦੇ ਹਾਂ, ਜੋ ਉਹਨਾਂ ਨੇ ਨਾਵਲ ਕਲਾ ਤੇ ਮੇਰਾ ਅਨੁਭਵ ਪੁਸਤਕ ਦੇ ਵਿੱਚ
पेज नंबर 31 ਤੇ ਲਿਖਿਆ। ਇਹ ਹਵਾਲਾ ਆ ਮੈਂ ਹੂਬਹੂ ਪੜ੍ਹਨ ਲੱਗਾ ਆ। ਕਦੀ ਖਿਆਲ ਨਹੀਂ ਸੀ ਆਇਆ ਸ਼ਾਇਰ ਜਾਂ ਅਦੀਬ ਬਣਨ ਦਾ, ਬਸ ਪੜ੍ਹਨ ਦਾ ਸ਼ੌਂਕ ਸੀ। ਮੇਰਾ ਇਹ ਸ਼ੌਂਕ ਕਾਲਜ ਵਿੱਚ ਦਾਖਲਾ ਲੈਂਦਿਆਂ ਸਾਰ ਪੈਦਾ ਹੋ ਗਿਆ ਸੀ। ਇਹ ਕਥਨ ਸਾਡੇ ਅੱਜ ਦੇ ਨਾਵਲਕਾਰ ਤਸਨੀਮ ਹੋਰਾਂ ਦਾ ਆ। ਨਿਰੰਜਨ ਤਸਨੀਮ ਆਪਣੇ ਦੋਸਤ ਮਹਿੰਦਰ ਬਾਵਾ ਦੇ ਮਾਸਿਕ ਪੱਤਰ ਪਗਡੰਡੀ ਅਤੇ ਤ੍ਰੈਮਾਸਿਕ ਰਸਾਲੇ ਨਿਗਾਰਿਸ਼ ਵਿੱਚ ਆਪਣੀਆਂ ਰਚਨਾਵਾਂ ਛਪਾਉਂਦੇ ਹੋਏ ਆਪਣੀ ਸਾਹਿਤਕ ਸਿਰਜਣਾ ਦੇ ਹੁਨਰ ਨੂੰ ਨਿਖਾਰਦੇ ਰਹੇ। ਗਜ਼ਲ ਗੋਈ ਮਗਰੋਂ ਨਿਰੰਜਨ ਤਸਨੀਮ ਹੋਰਾਂ ਪਹਿਲਾਂ ਉਰਦੂ ਨਾਵਲ ਸਿਰਜਣਾ ਅਤੇ ਫਿਰ ਪੰਜਾਬੀ ਨਾਵਲ ਸਿਰਜਣਾ ਵੱਲ ਰੁਖ ਕੀਤਾ ਸੀਗਾ। ਠੀਕ ਹੈ ਜੀ। ਸਭ ਤੋਂ ਪਹਿਲਾਂ ਇਹਨਾਂ ਨੇ ਉਰਦੂ ਵਿੱਚ ਨਾਵਲ ਲਿਖੇ, ਉਸ ਤੋਂ ਬਾਅਦ ਹੀ ਪੰਜਾਬੀ ਵਿੱਚ ਨਾਵਲ ਸਿਰਜਣਾ ਜਿਹੜੀ ਆ ਉਹ ਕਰਨੀ ਸ਼ੁਰੂ ਕੀਤੀ। 1951 ਈਸਵੀ ਵਿੱਚ ਸ਼ਿਮਲੇ ਵਿਖੇ ਅਕਤੂਬਰ ਮਹੀਨੇ 'ਚ ਕਲਾ ਤੇ ਸਾਹਿਤ ਦੇ ਰਸੀਏ ਈਸ਼ਵਰ ਚਿੱਤਰਕਾਰ ਦੇ ਨਾਲ ਮੁਲਾਕਾਤ ਹੋਈ ਸੀ ਨਿਰੰਜਨ ਤਸਨੀਮ ਹੋਰਾਂ ਦੀ, ਜਿਨ੍ਹਾਂ ਨੇ ਇਹਨਾਂ ਨੂੰ ਪੰਜਾਬੀ ਵਿੱਚ ਲਿਖਣ ਲਈ ਪ੍ਰੇਰਿਤ ਕੀਤਾ ਸੀ। 1953 ਈਸਵੀ ਵਿੱਚ ਨਿਰੰਜਨ ਤਸਨੀਮ ਦੀ ਪਹਿਲੀ ਮੌਲਿਕ ਪੰਜਾਬੀ ਕਹਾਣੀ ਲਿਸ਼ਕਾਰਾ ਪੰਜਾਬੀ ਮਾਸਿਕ ਪੱਤਰ ਕਹਾਣੀ ਜੋ ਅੰਮ੍ਰਿਤਸਰ ਤੋਂ ਛਪਦਾ ਸੀ ਵਿੱਚ ਪ੍ਰਕਾਸ਼ਿਤ ਹੋਈ ਸੀ। ਵੈਰੀ ਇੰਪੋਰਟੈਂਟ, ਕਿਉਂਕਿ 1953 ਈਸਵੀ ਦੇ ਵਿੱਚ ਨਿਰੰਜਨ ਤਸਨੀਮ ਹੋਰਾਂ ਦੀ ਪਹਿਲੀ ਮੌਲਿਕ ਪੰਜਾਬੀ ਦੀ ਕਹਾਣੀ ਲਿਸ਼ਕਾਰਾ ਨਾਂ ਆ। ਕਿਹੜੇ ਪੱਤਰ ਵਿੱਚ, ਕਿਹੜੀ ਮੈਗਜ਼ੀਨ ਵਿੱਚ? ਕਹਾਣੀ ਵਿੱਚ, ਅੰਮ੍ਰਿਤਸਰ ਤੋਂ ਜੋ ਛਪਦਾ ਸੀ ਉਹਦੇ ਵਿੱਚ ਛਪੀ ਸੀ। ਇਹ ਇੰਪੋਰਟੈਂਟ ਆ। ਸੁਰਜੀਤ ਸਿੰਘ ਸੇਠੀ ਦੇ ਕਹਿਣ ਤੇ ਨਿਰੰਜਨ ਤਸਨੀਮ ਹੋਰਾਂ ਆਪਣੀ ਕਹਾਣੀ ਰੇਤ ਛਲ ਕਹਾਣੀ ਵਿਸ਼ੇਸ਼ ਅੰਕ ਵਿੱਚ ਛਪਵਾਈ, ਜੋ ਕਿ 16 ਸ਼ਿੰਗਾਰ ਨਾਂ ਦੇ ਕਹਾਣੀ ਸੰਗ੍ਰਹਿ ਵਿੱਚ ਸ਼ਾਮਲ ਹੋਈ। ਵੈਰੀ ਇੰਪੋਰਟੈਂਟ। ਨਿਰੰਜਨ ਤਸਨੀਮ ਨੇ ਈਸ਼ਵਰ ਚਿੱਤਰਕਾਰ ਦੇ ਦਿੱਲੀ ਜਾਣ ਉਪਰੰਤ ਇੱਕ ਵਾਰ ਫਿਰ ਉਰਦੂ ਸਾਹਿਤ ਵੱਲ ਮੁਹਾਰਾਂ ਮੋੜ ਲਈਆਂ ਸੀਗੀਆਂ, ਭਾਵ ਕਿ ਉਰਦੂ ਸਾਹਿਤ ਲਿਖਣਾ ਆਰੰਭ ਕਰ ਦਿੱਤਾ ਸੀ। ਕਿਉਂਕਿ ਪਹਿਲਾਂ ਵੀ ਉਰਦੂ ਵਿੱਚ ਲਿਖਦੇ ਸੀ, ਫਿਰ ਈਸ਼ਵਰ ਚਿੱਤਰਕਾਰ ਨੇ ਪੰਜਾਬੀ ਵਿੱਚ ਲਿਖਣ ਲਈ ਪ੍ਰੇਰਿਤ ਕੀਤਾ। ਕਾਫੀ ਟਾਈਮ ਸ਼ਿਮਲੇ ਵਿਖੇ ਇਕੱਠੇ ਰਹੇ। ਉਸ ਤੋਂ ਬਾਅਦ ਜਦੋਂ ਚਿੱਤਰਕਾਰ ਜੀ ਦਿੱਲੀ ਚਲੇ ਗਏ ਤਾਂ ਇਹਨਾਂ ਨੇ ਮੁੜ ਉਰਦੂ ਵਿੱਚ ਲਿਖਣ ਵਾਸਤੇ ਮਨ ਬਣਾ ਲਿਆ। ਉਰਦੂ ਅਦੀਬਾਂ ਮੰਟੋ, ਮੁਫਤੀ ਰਾਜਿੰਦਰ ਸਿੰਘ ਬੇਦੀ, ਕ੍ਰਿਸ਼ਨ ਚੰਦਰ, ਇਸਮਤ ਚੁਗਤਈ ਤੋਂ ਪ੍ਰਭਾਵਿਤ ਤਸਨੀਮ ਦੀ ਚੇਤਨਾ ਨੂੰ ਨਿਗਾਰਿਸ਼ ਦੇ ਪਹਿਲੇ ਇਸ਼ੂ ਵਿੱਚ ਛਪੇ ਸੈਯਦ ਖਲੀਲ ਅਹਿਮਦ ਦੇ ਨਾਵਲੇਟ ਸਨਾਟਾ ਨੇ ਟੁੰਬਿਆ। ਠੀਕ ਹੈ ਜੀ। ਅਤੇ ਨਿਰੰਜਨ ਤਸਨੀਮ ਵਿੱਚ ਨਾਵਲਕਾਰ ਬਣਨ ਦੀ ਇੱਛਾ ਪ੍ਰਬਲ ਮਤਲਬ ਉਤੇਜਿਤ ਹੋ ਗਈ ਸੀਗੀ। ਇਸ ਕਰਕੇ ਉਹਨਾਂ ਨੇ ਫਿਰ ਨਾਵਲ ਰਚਨਾ ਵੱਲ ਆਪਣਾ ਧਿਆਨ ਕੇਂਦਰਿਤ ਕੀਤਾ ਸੀ। ਕਲੀਅਰ ਹੈ ਜੀ। ਬਹੁਤ ਇੰਪੋਰਟੈਂਟ ਨੁਕਤਾ ਸੀ। ਤੇ ਨਿਰੰਜਨ ਤਸਨੀਮ ਹੋਰਾਂ ਦੇ ਉਰਦੂ ਵਿੱਚ ਜੋ ਛਪੇ ਨਾਵਲ ਸੀਗੇ, ਜੋ ਉਹਨਾਂ ਨੇ ਉਰਦੂ ਵਿੱਚ ਨਾਵਲ ਲਿਖੇ, ਪਹਿਲਾ ਸੀਗਾ ਸੋਗਵਾਰ 1959 ਵਿੱਚ। ਇਹਨਾਂ ਨੇ ਜਦੋਂ ਲਿਖਿਆ ਤਾਂ ਇਹਨਾਂ ਦਾ ਪ੍ਰਥਮ ਜਾਂ ਕਹਿ ਲਓ ਕਿ ਜ਼ਿੰਦਗੀ ਦਾ ਪਹਿਲਾ ਨਾਵਲ ਸੀ ਸੋਗਵਾਰ। ਉਰਦੂ ਭਾਸ਼ਾ ਵਿੱਚ ਇਹਨਾਂ ਨੇ ਲਿਖਿਆ ਸੀ 1959 ਈਸਵੀ ਵਿੱਚ। ਉਸ ਤੋਂ ਬਾਅਦ ਮੋਨਾਲੀਜ਼ਾ ਇਹਨਾਂ ਦਾ ਦੂਜਾ ਨਾਵਲ ਸੀ ਉਰਦੂ ਵਿੱਚ ਹੀ, ਜੋ 1962 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋ ਕੇ ਸਾਹਮਣੇ ਆਇਆ। ਸੋਗਵਾਰ 1959 ਵਿੱਚ ਲਿਖ ਕੇ 60 ਵਿੱਚ ਪ੍ਰਕਾਸ਼ਿਤ ਹੋਇਆ। ਮੋਨਾਲੀਜ਼ਾ 1962 ਵਿੱਚ ਪ੍ਰਕਾਸ਼ਿਤ ਹੋਇਆ। ਠੀਕ ਹੈ ਜੀ। ਤੇ ਨਿਰੰਜਨ ਤਸਨੀਮ ਹੋਰਾਂ ਦੇ ਅਨੁਸਾਰ ਆਪਾਂ ਉਹਨਾਂ ਦਾ ਹੀ ਹਵਾਲਾ ਪੜ੍ਹਦੇ ਹਾਂ, ਇਸ ਤੋਂ ਉੱਪਰ ਕੁਛ ਵੀ ਨਹੀਂ ਹੋ ਸਕਦਾ। ਆਪਣੀ ਸਵੈ ਜੀਵਨੀ ਆਈਨੇ ਦੇ ਰੂਬਰੂ ਵਿੱਚ ਨਿਰੰਜਨ ਤਸਨੀਮ ਜੀ ਪੇਜ ਨੰਬਰ 22 ਦੇ ਉੱਪਰ ਲਿਖਦੇ ਆ, ਹਵਾਲਾ ਨੋਟ ਕਰ ਲਵੋ। ਕਹਿੰਦੇ ਸੋਗਵਾਰ ਜਿਵੇਂ ਇੱਕ ਡਿਸਕਵਰੀ ਸੀ ਮੇਰੇ ਲਈ। ਅਸ਼ੋ ਪਲੇ ਹੀ ਨਾਵਲਕਾਰੀ ਨੇ ਮੈਨੂੰ ਚੁਣ ਲਿਆ ਸੀ। 2 ਸਾਲ ਬਾਅਦ ਯਾਨੀ 1961 ਵਿੱਚ ਮੈਂ ਅਗਲਾ ਨਾਵਲ ਮੋਨਾਲੀਜ਼ਾ ਲਿਖਿਆ। ਇਹ ਨਾਵਲ 1962 ਵਿੱਚ ਕਿਤਾਬੀ ਸੂਰਤ ਵਿੱਚ ਆਇਆ, ਭਾਵ ਕਿਤਾਬ ਪ੍ਰਕਾਸ਼ਿਤ ਹੋਈ। ਪਰ ਇਸ ਤੋਂ ਪਹਿਲਾਂ 1961 ਵਿੱਚ ਹੀ ਇਹ ਨਿਗਾਰਿਸ਼ ਦੇ ਨਾਵਲੇਟ ਨੰਬਰ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਸੀ। ਠੀਕ ਹੈ ਜੀ। ਇਹ ਨਿਰੰਜਨ ਤਸਨੀਮ ਹੋਰਾਂ ਨੇ ਆਪਣੀ ਸਵੈ ਜੀਵਨੀ ਦੇ ਵਿੱਚ ਲਿਖਿਆ ਆ। ਵੈਰੀ ਇੰਪੋਰਟੈਂਟ। ਪਿਆਰੇ ਵਿਦਿਆਰਥੀਓ,
ਅਗਲਾ ਨੁਕਤਾ ਬੜਾ ਅਹਿਮ ਆ। ਨਿਰੰਜਨ ਤਸਨੀਮ ਦਾ ਪਹਿਲਾ ਪੰਜਾਬੀ ਦਾ ਨਾਵਲ ਪਰਛਾਵੇਂ ਸੀ, ਜੋ 1966 ਈਸਵੀ ਦੇ ਵਿੱਚ ਸਾਹਮਣੇ ਆਇਆ। ਠੀਕ ਹੈ ਜੀ। ਤੇ ਜੋ ਤਸਨੀਮ ਹੋਰਾਂ ਆਪਣੇ ਵਿਦਿਆਰਥੀ ਰਹਿ ਚੁੱਕੇ ਰਣਧੀਰ ਚੰਦ ਦੀ ਪ੍ਰੇਰਨਾ ਸਦਕਾ ਲਿਖਿਆ ਸੀ। ਵੈਰੀ 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 ਇੰਪੋਰਟੈਂਟ। 1967 ਵਿੱਚ ਉਰਦੂ ਨਾਵਲ ਸੋਗਵਾਰ ਦਾ ਪੰਜਾਬੀ ਅਨੁਵਾਦ ਕਸਕ ਨਾਂ ਹੇਠ ਪ੍ਰਕਾਸ਼ਿਤ ਹੋਇਆ ਸੀਗਾ, ਕਿਉਂਕਿ ਪੰਜਾਬੀ ਵਿੱਚ ਪਹਿਲਾਂ ਨਾਵਲ ਪਰਛਾਵੇਂ ਛਪਿਆ। ਉਸ ਤੋਂ ਬਾਅਦ ਉਹਨਾਂ ਦੇ ਪਹਿਲੇ ਉਰਦੂ ਨਾਵਲ ਸੋਗਵਾਰ ਦਾ ਅਨੁਵਾਦ, ਜੋ ਕਿ ਪੰਜਾਬੀ ਦਾ ਦੂਜਾ ਨਾਵਲ ਬਣ ਗਿਆ, ਉਹਨਾਂ ਦਾ ਕਸਕ ਛਪਿਆ ਸੀਗਾ। ਤੇ ਇਸੇ ਤਰ੍ਹਾਂ ਹੀ ਜੇਕਰ ਆਪਾਂ ਨਿਰੰਜਨ ਤਸਨੀਮ ਹੋਰਾਂ ਦੇ ਨਾਵਲਾਂ ਦੀ ਚਰਚਾ ਕਰਨੀ ਹੋਵੇ ਤਾਂ ਉਹਨਾਂ ਨੇ ਪੰਜਾਬੀ ਦੇ ਵਿੱਚ ਕੁੱਲ 10 ਨਾਵਲ ਰਚੇ ਸੀਗੇ, ਜਿਨ੍ਹਾਂ ਦੇ ਵਿੱਚੋਂ 2 ਅਨੁਵਾਦ ਨੇ। ਉਹਨਾਂ ਦੇ ਹੀ ਨਾਵਲਾਂ ਦੇ ਅਨੁਵਾਦ ਨੇ, ਜਿਨ੍ਹਾਂ ਨੂੰ ਕੁਝ ਵਧਾ ਕੇ ਕੁਝ ਹੋਰ ਸੋਧ ਕਰਕੇ ਪੰਜਾਬੀ ਵਿੱਚ ਉਹਨਾਂ ਨੇ ਲਿਖਿਆ ਸੀਗਾ, ਸਿਰਜਿਆ ਸੀਗਾ। ਪਿਆਰੇ ਵਿਦਿਆਰਥੀਓ, ਆਪਾਂ ਹੁਣ ਗੱਲ ਕਰਦੇ ਹਾਂ ਨਿਰੰਜਨ ਤਸਨੀਮ ਹੋਰਾਂ ਦੇ ਪੰਜਾਬੀ ਵਿੱਚ ਛਪੇ ਨਾਵਲਾਂ ਦੀ। ਪਹਿਲਾਂ ਨਾਵਲਾਂ ਦੇ ਨਾਮ ਜਾਣਦੇ ਹਾਂ। ਪਹਿਲਾ ਨਾਵਲ ਪਰਛਾਵੇਂ 1966 ਵਿੱਚ ਪ੍ਰਕਾਸ਼ਿਤ ਹੋਇਆ। ਦੂਜਾ ਜੋ ਉਹਨਾਂ ਦਾ ਅਨੁਵਾਦ ਸੀਗਾ ਸੋਗਵਾਰ ਦਾ ਕਸਕ 1967 ਵਿੱਚ ਸਾਹਮਣੇ ਆਉਂਦਾ ਆ। ਤ੍ਰਿੜਾਂ ਤੇ ਰੂਪ ਉਹਨਾਂ ਦਾ ਤੀਜਾ ਨਾਵਲ ਪੰਜਾਬੀ ਵਿੱਚ 1968 ਵਿੱਚ ਪ੍ਰਕਾਸ਼ਿਤ ਹੋਇਆ। ਰੇਤ ਛਲ 1969 ਵਿੱਚ, ਹਨੇਰਾ ਹੋਣ ਤੱਕ 1971 ਵਿੱਚ, ਇੱਕ ਹੋਰ ਨਵਾਂ ਸਾਲ 1974 ਵਿੱਚ, ਜਦੋਂ ਸਵੇਰ ਹੋਈ 1977 ਵਿੱਚ, ਯੁਗਾਂ ਤੋਂ ਪਾਰ ਵੈਰੀ ਇੰਪੋਰਟੈਂਟ 1981 ਦੇ ਵਿੱਚ ਉਹਨਾਂ ਦਾ ਨਾਵਲ ਪ੍ਰਕਾਸ਼ਿਤ ਹੋਇਆ। ਗੁਆਚੇ ਅਰਥ ਨਾਵਲ 1993 ਵਿੱਚ ਪ੍ਰਕਾਸ਼ਿਤ ਹੋਇਆ। ਵੈਰੀ ਇੰਪੋਰਟੈਂਟ ਤਲਾਸ਼ ਕੋਈ ਸਦੀਵੀ 2000 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ, ਉਹਨਾਂ ਦਾ 10ਵਾਂ ਨਾਵਲ ਆ। ਇਸ ਤਰ੍ਹਾਂ ਪਿਆਰੇ ਵਿਦਿਆਰਥੀਓ, ਨਿਰੰਜਨ ਤਸਨੀਮ ਹੋਰਾਂ ਦੇ ਪੰਜਾਬੀ ਵਿੱਚ ਕੁੱਲ 10 ਨਾਵਲ ਜਿਹੜੇ ਆ ਉਹ ਸਾਨੂੰ ਮਿਲਦੇ ਆ। ਜੇਕਰ ਆਪਾਂ ਹੁਣ ਅਗਾਂਹ ਗੱਲ ਕਰਨੀ ਹੋਵੇ, ਆਪਣਾ ਪੁਰਾਣਾ ਹੀ ਰੂਲ ਵਾ, ਪਹਿਲਾਂ ਨਾਵਲ ਦਾ ਨਾਮ, ਫਿਰ ਪਾਤਰ, ਫਿਰ ਉਹਦਾ ਮੂਲ ਕੀ ਆ, ਕੇਂਦਰੀ ਬਿੰਦੂ ਕੀ ਆ, ਵਿਸ਼ਾ ਕੀ ਆ, ਉਹ ਲਿਖਣਾ ਆ। ਨਾਵਲ ਹੈ ਪਰਛਾਵੇਂ, ਪਾਤਰ ਰਮਿੰਦਰ ਅਤੇ ਜਸਬੀਰ। ਵਿਸ਼ਾ ਹੈ ਜੀ, ਇਸ ਨਾਵਲ ਦੇ ਵਿੱਚ ਫੈਂਟੇਸੀ ਵਿਧੀ ਵਰਤੀ ਗਈ ਆ। ਠੀਕ ਹੈ ਜੀ। ਇਸ ਵਿਧੀ ਬਾਰੇ ਆਪਾਂ ਬਾਅਦ ਵਿੱਚ ਚਰਚਾ ਕਰਾਂਗੇ ਜੇ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੋਇਆ। ਪਿਆਰ ਸੰਕਲਪ ਵੀ ਪੇਸ਼ ਹੁੰਦਾ ਆ ਇਸ ਨਾਵਲ ਦੇ ਵਿੱਚ। ਆਂਤਰਿਕ ਮਨ ਬਚਨੀਆਂ ਨੂੰ ਪੇਸ਼ ਕੀਤਾ ਗਿਆ ਆ ਇਸ ਨਾਵਲ ਦੇ ਵਿੱਚ। ਨਾਵਲ ਬਾਰੇ ਕੁਝ ਨੁਕਤੇ ਅਗਾਂਹ ਜਾ ਕੇ ਵੀ ਆਪਾਂ ਸਾਂਝੇ ਕਰਾਂਗੇ। ਅਗਲਾ ਨਾਵਲ ਹੈ ਕਸਕ। ਇਹਦੇ ਪਾਤਰ ਰਮਾ, ਰਣਧੀਰ, ਪ੍ਰੋਫੈਸਰ ਨਰੇਸ਼ ਤੇ ਰਾਜਨ। ਇਸ ਨਾਵਲ ਦਾ ਖੇਤਰੀ ਬਿੰਦੂ ਜਿਹੜਾ ਆ, ਵਿਸ਼ਾ ਖੇਤਰ ਆ, ਸੁਪਨਿਆਂ ਦੀ ਅਤ੍ਰਿਪਤੀ ਦਾ ਚਿੱਤਰਣ ਹੋਇਆ। ਵਿਆਹ ਪ੍ਰਬੰਧ ਦੇ ਖਲ ਜਗਣ ਦੀ ਗਾਥਾ ਸਾਹਮਣੇ ਆਉਂਦੀ ਆ। ਔਰਤ ਮਰਦ ਦੇ ਵਸਲ ਭਾਵ ਆਪਸੀ ਸੰਬੰਧ 'ਚ ਬਰਾਬਰਤਾ ਦੀ ਗੱਲ ਹੋਈ ਆ ਇਸ ਨਾਵਲ ਦੇ ਵਿੱਚ। ਜੇਕਰ ਆਪਾਂ ਤ੍ਰਿੜਾਂ ਤੇ ਰੂਪ ਤੀਜੇ ਨਾਵਲ ਦੀ ਗੱਲ ਕਰੀਏ ਤਾਂ ਪਾਤਰ ਨੇ ਕਾਂਤਾ ਗਰੋਵਰ, ਰਾਮ ਲਾਲ ਗਰੋਵਰ, ਉਹਨਾਂ ਦੀ ਕੁੜੀ ਸਿੰਮੀ ਤੇ ਰੰਮੀ ਕੁੜੀ ਦਾ ਫਰੈਂਡ ਕਹਿ ਲਓ, ਤੇ ਉਸ ਤੋਂ ਬਾਅਦ ਸਤੀਸ਼, ਇਹ ਪਾਤਰ ਨੇ। ਇਹ ਜਿਹੜਾ ਨਾਵਲ ਆ ਚੇਤਨਾ ਪ੍ਰਵਾਹ ਦੀਆਂ ਤੰਦਾਂ ਨਾਲ ਉਣਿਆ ਗਿਆ ਆ ਤੇ ਪਿਆਰ ਦੇ ਸੰਤਾਪ ਦੀ ਗਾਥਾ ਪੇਸ਼ ਕਰਦਾ ਆ। ਅਗਲਾ ਨਾਵਲ ਹੈ ਜੀ ਰੇਤ ਛਲ। ਰੇਤ ਛਲ ਜਿਹੜਾ ਨਾਵਲ ਆ, ਇਹ ਉਰਦੂ ਦਾ ਜੋ ਨਾਵਲ ਸੀ ਤਸਨੀਮ ਹੋਰਾਂ ਦਾ ਮੋਨਾਲੀਜ਼ਾ ਦੂਜਾ ਨਾਵਲ, ਉਹਦਾ ਹੀ ਥੋੜ੍ਹਾ ਜਿਹਾ ਵਿਸਥਾਰ ਕਰਕੇ ਪੰਜਾਬੀ ਵਿੱਚ ਅਨੁਵਾਦ ਛਪਿਆ ਆ, ਜਿਹਦਾ ਸਿਰਲੇਖ ਰੱਖਿਆ ਰੇਤ ਛਲ। ਇਹਦੇ ਬਾਰੇ ਆਪਾਂ ਗਾਂਹ ਜਾ ਕੇ ਵੀ ਇੱਕ ਵਾਰੀ ਚੰਗੀ ਚਰਚਾ ਕਰਨੀ ਆ ਤਾਂ ਕਿ ਤੁਹਾਨੂੰ ਹੋਰ ਕਲੀਅਰ ਹੋ ਸਕੇ। ਪਾਤਰ ਨੋਟ ਕਰ ਲਵੋ। ਦਲਜੀਤ ਇਹਦਾ ਨਾਇਕ ਵਾ, ਰੋਸ਼ੀ ਤੇ ਅਮਰਤਾ ਇਹਦੀਆਂ ਦੂਜੀਆਂ ਪਾਤਰ ਨੇ, ਨਾਇਕਾਵਾਂ ਨੇ। ਤੇ ਇਹ ਨਾਵਲ ਟਾਈਮ ਮੋਨਤਾਜ ਤੇ ਸਪੇਸ ਮੋਨਤਾਜ ਵਿਧੀਆਂ ਦੇ ਪ੍ਰਯੋਗ ਨਾਲ ਉਸਾਰਿਆ ਗਿਆ ਆ। ਹੀਣ ਭਾਵਨਾ, ਦੋਹਰੀ ਮਾਨਸਿਕਤਾ, ਆਦਰਸ਼ਕ ਸਾਂਝ ਤੇ ਹਕੀਕਤ ਦੀ ਜੋ ਅਸਮਾਨਤਾ ਆ, ਵਿਚਲਨਤਾ ਆ, ਉਹਨੂੰ ਪੇਸ਼ ਕਰਦਾ ਆ। ਤੇ ਆਤ੍ਰਿਪਤ ਪਿਆਰ ਦੀ ਕਹਾਣੀ ਇਹਦੇ ਵਿੱਚ ਪ੍ਰਸਤੁਤ ਹੋਈ ਆ, ਪੇਸ਼ ਹੋਈ ਆ। ਤੇ ਇਸੇ ਤਰ੍ਹਾਂ ਹੀ ਹਨੇਰ ਹੋਣ ਤੱਕ ਨਾਵਲ ਦੇ ਪਾਤਰ ਨਰਿੰਦਰ,
ਮਿਸਜ ਕੈਂਥਨ ਤੇ ਡੋਲੀ ਨੇ। ਤੇ ਇਹ ਜਿਹੜਾ ਨਾਵਲ ਆ ਜੀ, ਇਹ ਨਾਵਲ ਫਰਾਇਡਵਾਦੀ ਰੁਚੀਆਂ ਦਾ ਨਾਵਲ ਆ। ਇਡੀਪਸ ਕੰਪਲੈਕਸ ਤੇ ਇਲੈਕਟਰ ਕੰਪਲੈਕਸ ਦੀ ਵਰਤੋਂ ਇਹਦੇ ਵਿੱਚ ਹੋਈ ਆ, ਜੋ ਕਿ ਸਿਧਾਂਤ ਸਿਗਮੰਡ ਫਰਾਇਡ ਨੇ ਦਿੱਤੇ ਸੀਗੇ। ਤੇ ਕਾਮ ਤ੍ਰਿਪਤੀ ਤੇ ਨਰਵਸ ਬ੍ਰੇਨ ਡਾਊਨ ਤੱਕ ਦਾ ਸਫ਼ਰ ਕਰਦਾ ਇਹ ਨਾਵਲ ਸਾਡੇ ਸਾਹਮਣੇ ਆਉਂਦਾ ਆ। ਠੀਕ ਹੈ ਜੀ। ਇਸੇ ਤਰ੍ਹਾਂ ਹੀ ਅਗਲਾ ਨਾਵਲ ਹੈ ਇੱਕ ਹੋਰ ਨਵਾਂ ਸਾਲ, ਵੈਰੀ ਇੰਪੋਰਟੈਂਟ। ਬੰਤਾ ਇਹਦਾ ਨਾਇਕ ਵਾ, ਮੁੱਖ ਪਾਤਰ ਆ। ਇਹ ਨਾਵਲ ਜਿਹੜਾ ਆ ਰਿਕਸ਼ਾ ਚਾਲਕ ਦੀ ਚੇਤਨਾ ਪ੍ਰਵਾਹ ਨੂੰ ਪੇਸ਼ ਕਰਦਾ ਆ। ਸਮਾਜਿਕ ਨਾਵਲ ਹੋਣ ਨਾਤੇ ਅਸਾਮੀ ਆਰਥਿਕ ਵੰਡ ਚੋਂ ਉਪਜੇ ਵਿਅਕਤੀ ਦੇ ਦੁਖਾਂਤ ਦੀ ਘਟਨਾ ਨੂੰ ਵਿਦਮਾਨ ਕਰਦਾ ਆ। ਇਸੇ ਤਰ੍ਹਾਂ ਹੀ ਅਗਲਾ ਨਾਵਲ ਹੈ ਜੀ ਜਦੋਂ ਸਵੇਰ ਹੋਈ। ਇਹਦੇ ਪਾਤਰ ਸਲਮਾ ਤੇ ਬੀਰੀ, ਵੈਰੀ ਇੰਪੋਰਟੈਂਟ। ਇਹ ਜੋ ਨਾਵਲ ਆ, ਇਹਦਾ ਵਿਸ਼ਾ ਸੰਪਰਦਾਇਕ ਸੰਕੀਰਣਤਾ ਅਤੇ ਅਣਮਨੁੱਖੀ ਰਵੱਈਏ ਦੀ ਪੇਸ਼ਕਾਰੀ ਇਹਦੇ ਵਿੱਚ ਕੀਤੀ ਗਈ ਆ। ਵੰਡ ਤੋਂ ਪਹਿਲਾਂ ਦੀਆਂ ਸਮਾਜਿਕ ਸੱਭਿਆਚਾਰਕ ਪ੍ਰਸਥਿਤੀਆਂ ਦੀ ਪੇਸ਼ਕਾਰੀ ਤੇ ਵਿਸ਼ਲੇਸ਼ਣ ਹੋਇਆ ਆ। ਦੇਸ਼ ਵੰਡ ਦੀ ਕਰੁਣਾਮਈ ਹਾਲਤ ਤੇ ਦੁਖਾਂਤਕ ਵੰਡ ਨਾਲ ਸੰਬੰਧਿਤ ਇਹ ਨਾਵਲ ਜਿਹੜਾ ਆ ਸਾਡੇ ਸਾਹਮਣੇ ਆਉਂਦਾ ਆ। ਯੁਗਾਂ ਤੋਂ ਪਾਰ ਨਾਵਲ ਜਿਹੜਾ ਆ, ਇਹ ਵੀ ਇੱਕ ਅਹਿਮ ਨਾਵਲ ਆ। ਪਾਤਰ ਹੈ ਹਰੀਮੀਤ, ਮੁੱਖ ਪਾਤਰ ਇਹਦਾ। ਈਸ਼ਵਰ ਚਿੱਤਰਕਾਰ ਦੇ ਜੀਵਨ ਨੂੰ ਆਧਾਰ ਬਣਾ ਕੇ ਉਸ ਦਾ ਗਲਪੀਕਰਨ ਕੀਤਾ ਗਿਆ ਆ। ਪੂੰਜੀਵਾਦੀ ਨਿਜ਼ਾਮ ਵਿੱਚ ਕਲਾਕਾਰ ਤੇ ਕਲਾ ਦੇ ਦਰਪੇਸ਼ ਚੁਣੌਤੀਆਂ ਦਾ ਵਰਣਨ ਇਸ ਨਾਵਲ ਵਿੱਚ ਹੋਇਆ ਆ। ਤੇ ਇਸੇ ਤਰ੍ਹਾਂ ਹੀ ਅਗਲਾ ਨਾਵਲ, ਵੈਰੀ ਇੰਪੋਰਟੈਂਟ, ਗੁਆਚੇ ਅਰਥ। ਇਸ ਨਾਵਲ ਵਿੱਚ ਨਾਵਲਕਾਰ ਦੇ ਸਵੈ ਜੀਵਨੀ ਤੇ ਸਵੈ ਚਿੰਤਨ ਦੀਆਂ ਝਲਕਾਂ ਸਾਨੂੰ ਵੇਖਣ ਨੂੰ ਮਿਲਦੀਆਂ ਆ। ਵੱਡੀ ਗੱਲ ਇਹ ਆ ਕਿ ਇਹ ਨਾਵਲ ਜਦੋਂ ਸਵੇਰ ਹੋਈ ਦਾ ਸੀਕੁਅਲ ਹੀ ਕਿਹਾ ਜਾ ਸਕਦਾ ਆ। ਤੇ ਸਤੰਬਰ 1985 ਦੇ 84 ਦੇ 5 ਦਿਨਾਂ ਦੀ ਗਾਥਾ ਇਸ ਨਾਵਲ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਆ। ਠੀਕ ਹੈ ਜੀ। ਕਿਉਂਕਿ ਪੰਜਾਬ ਸੰਕਟ ਨਾਲ ਸੰਬੰਧਿਤ ਇਹ ਨਾਵਲ ਆ ਗੁਆਚੇ ਅਰਥ। ਤੇ ਵੰਡ ਦੀ ਦੁਖਾਂਤਕ ਘੜੀ ਦਾ ਜ਼ਿਕਰ ਜਿਹੜਾ ਆ ਇਹਦੇ ਵਿੱਚ ਕੀਤਾ ਗਿਆ ਆ। ਇਸ ਨਾਵਲ ਨੂੰ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨੇ ਯਥਾਰਥਵਾਦੀ ਜੁੱਸੇ ਵਾਲਾ ਨਾਵਲ ਕਿਹਾ ਆ, ਵੈਰੀ ਇੰਪੋਰਟੈਂਟ। ਤੇ ਇਹਦਾ ਪਾਤਰ ਜੋ ਪ੍ਰਮੁੱਖ ਆ, ਪ੍ਰੋਫੈਸਰ ਬਲਵੀਰ। ਤਲਾਸ਼ ਕੋਈ ਸਦੀਵੀ ਇੱਕ ਮਨੋਵਿਗਿਆਨਕ ਨਾਵਲ ਆ। ਇਹ ਨਾਵਲ ਜਿਹੜਾ ਆ ਪ੍ਰੋਫੈਸਰ ਨਿਰੰਜਨ ਸਿੰਘ ਤਸਨੀਮ ਹੋਰਾਂ ਦਾ ਆਖਰੀ ਨਾਵਲ ਸੀਗਾ। ਪਿਆਰੇ ਵਿਦਿਆਰਥੀਓ, ਕੁਝ ਨੁਕਤੇ ਹੋਰ ਆਪਾਂ ਕਲੀਅਰ ਕਰ ਲਈਏ। ਉਸ ਤੋਂ ਬਾਅਦ ਇੱਕ ਚਰਚਾ ਹੋਰ ਕਰਨੀ ਆ ਵਿਸਥਾਰਪੂਰਵਕ, ਪਰ ਹਾਂ ਬੜੇ ਕੰਮ ਦੀ। ਜੇ ਉਹ ਨੁਕਤੇ ਤੁਸੀਂ ਸੁਣ ਲਏ ਤਾਂ ਤੁਹਾਨੂੰ ਹੋਰ ਕਿਤੋਂ ਵੀ ਨਿਰੰਜਨ ਤਸਨੀਮ ਹੋਰਾਂ ਬਾਰੇ ਪੜ੍ਹਨ ਦੀ ਜ਼ਰੂਰਤ ਨਹੀਂ ਪੈਣੀ। ਪਿਆਰੇ ਵਿਦਿਆਰਥੀਓ, ਨਿਰੰਜਨ ਤਸਨੀਮ ਨੇ ਆਪਣੇ ਨਾਵਲਾਂ ਦੁਆਰਾ ਸ਼ਹਿਰੀ ਪਾਤਰਾਂ ਦਾ ਅੰਦਰੂਨੀ ਤੌਰ ਤੇ ਖੋਖਲਾ ਹੋ ਜਾਣਾ, ਆਪਸੀ ਮੋਹ ਪਿਆਰ ਦਾ ਖਤਮ ਹੋ ਜਾਣਾ ਅਤੇ ਇਕਲਾਪੇ ਦੀ ਵੱਧ ਰਹੀ ਭਾਵਨਾ ਨੂੰ ਦਰਸਾਇਆ ਆ। ਇਸੇ ਨਾਲ ਹੀ ਆਪਣੇ ਨਾਵਲਾਂ ਵਿੱਚ ਤਸਨੀਮ ਯਥਾਰਥਵਾਦੀ ਜ਼ਰੂਰ ਹੈ, ਪਰ ਫਿਰ ਵੀ ਉਸਦੇ ਨਾਵਲ ਦੁਖਾਂਤ ਦਾ ਰੂਪ ਨਹੀਂ ਧਾਰਦੇ, ਵੈਰੀ ਇੰਪੋਰਟੈਂਟ। ਪੰਜਾਬੀ ਦੀ ਸਾਹਿਤਕ ਆਲੋਚਨਾ ਦੀਆਂ ਪੁਸਤਕਾਂ, ਲਿਖਤੁਮ ਨਿਰੰਜਨ ਤਸਨੀਮ। ਹੁਣ ਤੁਸੀਂ ਪੁੱਛੋਗੇ ਕਿ ਲਿਖਤੁਮ ਕੀ ਹੋਇਆ, ਭਾਵ ਕਿ ਲਿਖੀਆਂ ਕਿਹਨੇ ਆ। ਨਿਰੰਜਨ ਤਸਨੀਮ ਨੇ ਜੋ ਪੰਜਾਬੀ ਵਿੱਚ ਆਲੋਚਨਾਤਮਕ ਕਿਤਾਬਾਂ ਲਿਖੀਆਂ ਆ, ਉਹਨਾਂ ਦੇ ਨਾਮ ਵੀ ਨੋਟ ਕਰ ਲਵੋ। ਪੰਜਾਬੀ ਨਾਵਲ ਦਾ ਆਲੋਚਨਾਤਮਕ ਅਧਿਐਨ ਉਹਨਾਂ ਦੀ ਪਹਿਲੀ ਆਲੋਚਨਾਤਮਕ ਪੁਸਤਕ ਸੀ, ਜੋ 1973 ਈਸਵੀ ਵਿੱਚ ਪ੍ਰਕਾਸ਼ਿਤ ਹੋਈ। ਉਹਨਾਂ ਦੀ ਦੂਜੀ ਪੁਸਤਕ ਹੈ ਜੀ ਪੰਜਾਬੀ ਨਾਵਲ ਦਾ ਮੁਹਾਂਦਰਾ, 1979 ਈਸਵੀ ਵਿੱਚ ਪ੍ਰਕਾਸ਼ਿਤ ਹੋਈ। ਮੇਰੀ ਨਾਵਲ ਨਿਗਾਰੀ 1985 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਉਹਨਾਂ ਦੀ ਪੁਸਤਕ ਆ। ਨਾਵਲ ਕਲਾ ਤੇ ਮੇਰਾ ਅਨੁਭਵ 1996 ਈਸਵੀ ਵਿੱਚ ਉਹਨਾਂ ਦੀ ਪ੍ਰਕਾਸ਼ਿਤ ਹੋਈ ਪੁਸਤਕ ਆ। ਪੁਸਤਕਾਂ ਜਿਹੜੀਆਂ ਇਹ ਆ, ਇਹਨਾਂ ਪੁਸਤਕਾਂ ਰਾਹੀਂ ਪੰਜਾਬੀ ਨਾਵਲ ਬਾਰੇ ਵਿਚਾਰ ਚਰਚਾ ਕੀਤੀ ਗਈ ਆ। ਨਾਵਲ ਸਿਰਜਣਾ ਬਾਰੇ ਆਪਣੇ ਅਨੁਭਵ ਇਹਨਾਂ ਪੁਸਤਕਾਂ ਦੇ ਵਿੱਚ ਨਾਵਲਕਾਰ ਨਿਰੰਜਨ ਤਸਨੀਮ ਨੇ ਸਾਂਝੇ ਕੀਤੇ ਆ। ਠੀਕ ਹੈ ਜੀ। ਤੇ ਜੇਕਰ ਆਪਾਂ ਉਹਨਾਂ ਦੀ ਸਾਹਿਤਕ ਸਵੈ ਜੀਵਨੀ ਦੀ ਗੱਲ ਕਰੀਏ ਤਾਂ ਆਈਨੇ ਦੇ ਰੂਬਰੂ 2003 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਸੀ। ਵੈਰੀ 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 ਇੰਪੋਰਟੈਂਟ।
ਮੈਨੂੰ ਜੋ ਮੇਰਾ ਜ਼ਹਿਨ, ਮੇਰਾ ਆਪਣਾ ਮਨ ਕਰਦਾ ਹੁੰਦਾ ਆ ਕਿ ਆਪਾਂ ਆਪਣੀ ਮਾਂ ਬੋਲੀ ਬਾਰੇ, ਆਪਣੀ ਭਾਸ਼ਾ ਬਾਰੇ ਬਾਕੀ ਭਾਸ਼ਾਵਾਂ ਵਾਲੇ ਲੋਕਾਂ ਨੂੰ ਦੱਸੀਏ, ਤਾਂ ਉਹ ਕੰਮ ਨਿਰੰਜਨ ਤਸਨੀਮ ਹੋਰਾਂ ਨੇ ਬਾਖੂਬੀ ਕੀਤਾ ਆ। ਪ੍ਰੋਫੈਸਰ ਜਾਂ ਡਾਕਟਰ ਮੋਹਨ ਸਿੰਘ ਦੀਵਾਨਾ ਹੋਰੀ ਵੀ ਮੈਨੂੰ ਇਸੇ ਕਰਕੇ ਪਸੰਦ ਆ, ਕਿਉਂਕਿ ਉਹਨਾਂ ਨੇ ਪੰਜਾਬੀ ਨੂੰ ਪ੍ਰਚਾਰਨ ਵਾਸਤੇ ਅੰਗਰੇਜ਼ੀ ਵਿੱਚ ਪੰਜਾਬੀ ਬਾਰੇ ਲਿਖਿਆ। ਉਹੀ ਕੰਮ ਪੰਜਾਬੀ ਭਾਸ਼ਾ ਨੂੰ ਅੰਗਰੇਜ਼ੀ ਦੇ ਵਿੱਚ ਰੀਪ੍ਰੈਜ਼ੈਂਟ ਕਰਕੇ ਸਾਡੇ ਪ੍ਰੋਫੈਸਰ ਨਿਰੰਜਨ ਤਸਨੀਮ ਹੋਰਾਂ ਨੇ ਵੀ ਕੀਤਾ। ਇਹਨਾਂ ਨੇ ਜੋ ਅੰਗਰੇਜ਼ੀ ਵਿੱਚ ਕਿਤਾਬਾਂ ਲਿਖੀਆਂ ਪਰ ਪੰਜਾਬੀ ਸਾਹਿਤ ਦੀ ਆਲੋਚਨਾ ਨਾਲ ਸੰਬੰਧਿਤ ਨੇ, ਹੁਣ ਉਹਨਾਂ ਦੇ ਨਾਮ ਨੋਟ ਕਰੋ। ਸਟੱਡੀਜ਼ ਇਨ ਮਾਡਰਨ ਪੰਜਾਬੀ ਲਿਟਰੇਚਰ, ਇਹਨਾਂ ਦੀ ਅੰਗਰੇਜ਼ੀ ਦੀ ਜੋ ਆਲੋਚਨਾਤਮਕ ਕਿਤਾਬ ਆ 1980 ਈਸਵੀ ਵਿੱਚ ਪ੍ਰਕਾਸ਼ਿਤ ਹੋਈ। ਕਾਦਰ ਯਾਰ 1992 ਈਸਵੀ ਵਿੱਚ ਪੁਸਤਕ ਪ੍ਰਕਾਸ਼ਿਤ ਹੋਈ। ਤੇ ਨੈਗੇਟਿਵ ਮੋਡਸ ਇਨ ਪੰਜਾਬੀ ਨਾਵਲ 2002 ਵਿੱਚ ਪ੍ਰਕਾਸ਼ਿਤ ਹੋਈ। ਪੰਜਾਬੀ ਸਾਹਿਤ ਦੀ ਆਲੋਚਨਾ ਨਾਲ ਸੰਬੰਧਿਤ ਅੰਗਰੇਜ਼ੀ ਵਿੱਚ ਲਿਖੀ ਹੋਈ ਉਹਨਾਂ ਦੀ ਪੁਸਤਕ ਆ। ਤੇ ਪਿਆਰੇ ਵਿਦਿਆਰਥੀਓ, ਅੰਗਰੇਜ਼ੀ ਵਿੱਚ ਨਿਰੰਜਨ ਤਸਨੀਮ ਹੋਰਾਂ ਦੇ ਲਿਖੇ ਹੋਏ 2 ਨਿਬੰਧ ਸਾਡੇ ਸਾਹਮਣੇ ਆਉਂਦੇ ਨੇ। ਦਾ ਕੋਰੀਡੋਰਸ ਆਫ ਟਾਈਮ 1996 ਈਸਵੀ ਵਿੱਚ, ਤੇ ਦੂਜਾ ਨਿਬੰਧ ਹੈਗਾ ਆ ਦਾ ਗੋਲਡਨ ਮਿਸਟਰਸ 1998 ਈਸਵੀ ਦੇ ਵਿੱਚ ਉਹਨਾਂ ਦਾ ਲਿਖਿਆ ਹੋਇਆ ਸਾਡੇ ਸਾਹਮਣੇ ਆਉਂਦਾ ਆ। ਇਹ 2 ਨਿਬੰਧ ਜਿਹੜੇ ਨੇ ਇਹਨਾਂ ਨੂੰ ਵੀ ਤੁਸੀਂ ਕੋਡ ਕਰ ਲਵੋ, ਲਿਖ ਲਵੋ। ਤਸਨੀਮ ਹੋਰਾਂ ਦੀਆਂ ਹਿੰਦੀ ਦੇ ਵਿੱਚ ਜੋ ਰਚਨਾਵਾਂ ਅਨੁਵਾਦਿਤ ਹੋਈਆਂ ਨੇ ਉਹਨਾਂ ਦਾ ਨਾਮ ਵੀ ਨੋਟ ਕਰੋ ਜੀ। ਰਾਤ ਕੇ ਉਜਾਲੇ 1980 ਈਸਵੀ ਵਿੱਚ, ਜਬ ਸੁਬਹ ਹੁਈ 1993 ਈਸਵੀ ਵਿੱਚ, ਅੰਧੇਰਾ ਹੋਣੇ ਤੱਕ 1998 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਈ। ਤੇ ਪਿਆਰੇ ਵਿਦਿਆਰਥੀਓ, ਅੰਗਰੇਜ਼ੀ ਵਿੱਚ ਅਨੁਵਾਦਿਤ ਹੋਏ ਨਿਰੰਜਨ ਤਸਨੀਮ ਹੋਰਾਂ ਦੇ ਨਾਵਲ ਗਿਲਟ, ਰਿੰਗ, ਸ਼ੈਡੋਜ਼ ਅਤੇ ਸ਼ੈਡੋਜ਼ ਨੇ। ਇਹ 2 ਨਾਵਲ ਜਿਹੜੇ ਨੇ ਉਹਨਾਂ ਦੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਅਨੁਵਾਦ ਹੋਏ। ਠੀਕ ਹੈ ਜੀ। ਤੇ ਜੇਕਰ ਆਪਾਂ ਨਿਰੰਜਨ ਤਸਨੀਮ ਹੋਰਾਂ ਨੂੰ ਮਿਲੇ ਇਨਾਮਾਂ, ਸਨਮਾਨਾਂ, ਪੁਰਸਕਾਰਾਂ ਦੀ ਗੱਲ ਕਰਨੀ ਹੋਵੇ ਤਾਂ ਉਹ ਵੀ ਨੋਟ ਕਰ ਲਵੋ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ 1993 ਈਸਵੀ ਵਿੱਚ ਦਿੱਤਾ ਗਿਆ। ਸਾਹਿਤ ਸੰਸਥਾਨ ਲੁਧਿਆਣਾ ਵੱਲੋਂ ਸਰਵੋਤਮ ਪੰਜਾਬੀ ਗਲਪਕਾਰ ਸਨਮਾਨ 1994 ਈਸਵੀ ਵਿੱਚ ਦਿੱਤਾ ਗਿਆ। ਦੇਖੋ, 1 ਸਾਲ ਬਾਅਦ ਉਹਨਾਂ ਨੂੰ ਇਹ ਮਿਲ ਗਿਆ। ਪਹਿਲਾ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ 1993 ਵਿੱਚ, ਸਰਵੋਤਮ ਪੰਜਾਬੀ ਗਲਪਕਾਰ ਸਨਮਾਨ 1994 ਵਿੱਚ, ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਐਵਾਰਡ 1995 ਈਸਵੀ ਵਿੱਚ ਉਹਨਾਂ ਨੂੰ ਮਿਲਿਆ। ਤੇ ਇੰਡੀਅਨ ਇੰਟਰਨੈਸ਼ਨਲ ਫਰੈਂਡਸ਼ਿਪ ਸੁਸਾਇਟੀ ਨਵੀਂ ਦਿੱਲੀ ਵੱਲੋਂ ਭਾਰਤ ਗੌਰਵ ਅਵਾਰਡ 1996 ਈਸਵੀ ਵਿੱਚ ਤਸਨੀਮ ਹੋਰਾਂ ਨੂੰ ਮਿਲਿਆ। ਫੈਲੋ ਆਫ ਯੂਨਾਈਟਿਡ ਰਾਈਟਰਸ ਐਸੋਸੀਏਸ਼ਨ ਮਦਰਾਸ, ਜਿਹਨੂੰ ਅੰਗਰੇਜ਼ੀ ਵਿੱਚ FUWAI ਕਿਹਾ ਜਾਂਦਾ, ਵੱਲੋਂ ਫੈਲੋ ਆਫ IIAS ਸ਼ਿਮਲਾ ਨਾਲ ਸਨਮਾਨਿਤ ਕੀਤਾ ਗਿਆ। ਤੇ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਗੁਆਚੇ ਅਰਥ ਨਾਵਲ ਨੂੰ 1999 ਈਸਵੀ ਵਿੱਚ ਸਨਮਾਨਿਤ ਕੀਤਾ ਗਿਆ। ਪਿਆਰੇ ਵਿਦਿਆਰਥੀਓ, ਆਪਣਾ ਪ੍ਰਸ਼ਨ ਸੀਗਾ ਕਿ ਨਿਰੰਜਨ ਤਸਨੀਮ ਨੂੰ ਕਿਹੜੇ ਨਾਵਲ ਦੇ ਉੱਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਤੇ ਕਦੋਂ ਮਿਲਿਆ। ਗੁਆਚੇ ਅਰਥ ਨੂੰ 1999 ਈਸਵੀ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਠੀਕ ਹੈ ਜੀ। ਤੇ ਹਸਰਤ ਯਾਦਕਾਰੀ ਅਵਾਰਡ 2003 ਵਿੱਚ ਮਿਲਿਆ। ਤੇ ਪੰਜਾਬੀ ਸਾਹਿਤ ਰਤਨ ਪੁਰਸਕਾਰ 2015 ਈਸਵੀ ਵਿੱਚ ਪ੍ਰਦਾਨ ਕੀਤਾ ਗਿਆ ਨਿਰੰਜਨ ਤਸਨੀਮ ਜੀ ਨੂੰ। ਇਹ ਮਾਣ ਸਨਮਾਨ ਉਹਨਾਂ ਨੂੰ ਮਿਲੇ। ਪਿਆਰੇ ਵਿਦਿਆਰਥੀਓ, ਆਪਾਂ ਹੁਣ ਨਿਰੰਜਨ ਤਸਨੀਮ ਹੋਰਾਂ ਦਾ ਕਥਨ ਪੜ੍ਹਨਾ ਆ। ਹਵਾਲਾ ਪਹਿਲਾਂ ਨੋਟ ਕਰ ਲਵੋ। ਨਾਵਲ ਕਲਾ ਤੇ ਮੇਰਾ ਅਨੁਭਵ, ਪੇਜ ਨੰਬਰ 37 ਦੇ ਅਨੁਸਾਰ ਦੇਖਣ ਵਿੱਚ ਤਾਂ ਇਹ ਹੀ ਆਇਆ ਹੈ ਕਿ ਨਾਵਲਕਾਰ ਆਪਣਾ ਪਹਿਲਾ ਨਾਵਲ ਆਪਣੇ ਜੀਵਨ ਬਾਰੇ ਲਿਖਦਾ ਹੈ। ਉਂਝ ਵੀ ਉਸਦੇ ਹਰ ਨਾਵਲ ਵਿੱਚ ਸਵੈ ਜੀਵਨਾਤਮਕ ਅੰਸ਼ ਸ਼ਾਮਲ ਹੁੰਦੇ ਹਨ। ਮੈਂ ਵੀ ਕਿਸੇ ਹੱਦ ਤੀਕ ਆਪਣੇ ਮੁੱਢਲੇ ਨਾਵਲਾਂ ਵਿੱਚ ਆਪਣੇ ਨਿੱਜੀ ਅਨੁਭਵ ਨੂੰ ਉਲੀਕਿਆ ਹੈ। ਬੇਸ਼ੱਕ ਇਹਨਾਂ ਵਿੱਚ ਕਾਲਪਨਿਕ ਰੰਗਤ ਵੀ ਕਾਫੀ ਹੈ। ਇਹ ਕਥਨ ਨਿਰੰਜਨ ਤਸਨੀਮ ਹੋਰਾਂ ਦਾ ਲਿਖਿਆ ਹੋਇਆ ਆ। ਨਿਰੰਜਨ ਤਸਨੀਮ ਜੀ ਪਹਿਲੇ 22 ਸਾਲ ਆਪਣੀ ਉਮਰ ਦੇ ਅੰਮ੍ਰਿਤਸਰ ਸਾਹਿਬ ਵਿਖੇ ਰਹੇ। ਫਿਰ ਉਹ ਰੁਜ਼ਗਾਰ ਦੀ ਭਾਲ ਵਿੱਚ ਪਹਾੜ ਵੱਲ ਨੂੰ ਤੁਰ ਪਏ, ਪਹਾੜਾਂ ਵੱਲ ਨੂੰ।
ਫਿਰ ਅਗਲੇ 10 ਸਾਲ ਉਹ ਸ਼ਿਮਲੇ ਰਹੇ, ਜਿੱਥੇ ਈਸ਼ਵਰ ਚਿੱਤਰਕਾਰ ਜੀ ਨਾਲ ਉਹਨਾਂ ਦੀ ਸੰਗਤ ਹੋਈ ਸੀਗੀ। ਸ਼ਿਮਲੇ 'ਚ ਹੀ ਉਹਨਾਂ ਨੂੰ ਨਾਵਲਕਾਰੀ ਦੀ ਚੇਟਕ ਲੱਗੀ ਸੀਗੀ ਤੇ ਸ਼ਿਮਲੇ ਦੀ ਪਿੱਠ ਭੂਮੀ ਤੇ ਆਧਾਰਿਤ ਉਰਦੂ ਨਾਵਲ ਸੋਗਵਾਰ ਤੇ ਮੋਨਾਲੀਜ਼ਾ ਹੋਂਦ ਵਿੱਚ ਆਏ ਸੀਗੇ। ਪਿਆਰੇ ਵਿਦਿਆਰਥੀਓ, ਆਪਾਂ ਹੁਣ ਕੁਝ ਨਾਵਲਾਂ ਬਾਰੇ ਗੱਲ ਕਰਨੀ ਆ। ਧਿਆਨ ਨਾਲ ਸੁਣਿਓ, ਬਹੁਤ ਹੀ ਲਾਜ਼ਮੀ ਗੱਲਾਂ ਨੇ। ਨਾਵਲ ਪਰਛਾਵੇਂ, ਤਸਨੀਮ ਹੋਰਾਂ ਦਾ ਪਹਿਲਾ ਪੰਜਾਬੀ ਨਾਵਲ। ਦੂਜੀ ਗੱਲ, ਸ਼ਿਮਲੇ ਨੂੰ ਆਧਾਰ ਭੂਮੀ ਬਣਾਇਆ ਗਿਆ ਨਾਵਲ ਵਿੱਚ। ਤੀਜੀ ਗੱਲ, ਨਾਵਲ ਦੀ ਕਥਾ ਵਸਤੂ ਸ਼ਿਮਲੇ 'ਚ ਵਿਚਰਦੇ ਨੌਜਵਾਨ ਭਾਵ ਯੁਵਾ ਪੀੜ੍ਹੀ ਦੇ ਪਾਤਰਾਂ ਦੀਆਂ ਸੋਚਾਂ ਅਤੇ ਸਥਿਤੀਆਂ ਨਾਲ ਸੰਬੰਧਿਤ ਆ ਇਸ ਨਾਵਲ ਦੇ ਵਿੱਚ। ਅਗਲਾ ਨੁਕਤਾ, ਉਰਦੂ ਨਾਵਲ ਸੋਗਵਾਰ ਦੇ ਪੰਜਾਬੀ ਅਨੁਵਾਦ ਕਸਕ ਦੀ ਮੁੱਖ ਪਾਤਰ ਰਮਾ ਵੀ ਸ਼ਿਮਲੇ ਦੀ ਵਸਨੀਕ ਔਰਤ ਵਜੋਂ ਵਿਚਰਦੀ ਸਾਨੂੰ ਨਜ਼ਰ ਆਉਂਦੀ ਆ, ਪੇਸ਼ ਹੁੰਦੀ ਆ। ਤੀਜਾ ਨੁਕਤਾ, ਤੀਜਾ ਨਾਵਲ ਤ੍ਰਿੜਾਂ ਅਤੇ ਰੂਪ ਵਿੱਚ ਸ਼ਿਮਲੇ ਦੇ ਨਾਲ ਨਾਲ ਲਾਹੌਰ ਸ਼ਹਿਰ ਦਾ ਜ਼ਿਕਰ ਸਾਹਮਣੇ ਪੇਸ਼ ਹੁੰਦਾ ਆ, ਜ਼ਿਕਰ ਹੋਇਆ ਆ। ਤਸਨੀਮ ਦਾ ਪਰਿਵਾਰਕ ਪਿਛੋਕੜ ਲਾਹੌਰ ਦੇ ਮੁਹੱਲੇ ਵਸ਼ੋਵਾਲੀ ਨਾਲ ਸੰਬੰਧਿਤ ਹੈ। ਇਸੇ ਮੁਹੱਲੇ ਵਿੱਚ ਤ੍ਰਿੜਾਂ ਅਤੇ ਰੂਪ ਦੀ ਮੁੱਖ ਪਾਤਰ ਕਾਨਤਾ, ਵੈਰੀ ਇੰਪੋਰਟੈਂਟ, ਕਾਨਤਾ ਦਾ ਵਿਆਹ ਤੋਂ ਪਹਿਲਾਂ ਵਸੇਬਾ ਦਿਖਾਇਆ ਗਿਆ ਆ। ਭਾਵ ਵਿਆਹ ਤੋਂ ਪਹਿਲਾਂ ਉਹ ਕਿੱਥੇ ਰਹਿੰਦੀ ਸੀ? ਲਾਹੌਰ ਵਿਖੇ। ਲਾਹੌਰ ਨਾਲ ਹੀ ਸੰਬੰਧ ਤਸਨੀਮ ਹੋਰਾਂ ਦਾ ਆ, ਇਸ ਕਰਕੇ ਇਹ ਵੀ ਉਹਨਾਂ ਦੀ ਜੀਵਨ ਕਹਾਣੀ ਦੇ ਨਾਲ ਰਲਦਾ ਮਿਲਦਾ ਜੁੜਦਾ ਨਾਵਲ ਆ। ਤੇ ਰੇਤਸ਼ਾਲ ਨਾਵਲ ਤਸਨੀਮ ਦੇ ਉਰਦੂ ਨਾਵਲ ਮੋਨਾਲੀਜ਼ਾ ਦਾ ਵਿਸਥਾਰਿਤ ਪੰਜਾਬੀ ਰੂਪਾਂਤਰਣ ਹੈ। ਇਸ ਨਾਵਲ ਦਾ ਨਾਇਕ ਦਲਜੀਤ ਅੰਮ੍ਰਿਤਸਰ ਨਾਲ ਸੰਬੰਧਿਤ ਆ, ਜਿੱਥੇ ਕਿ ਨਿਰੰਜਨ ਤਸਨੀਮ ਜੀ 22 ਸਾਲ ਰਹੇ ਉਮਰ ਦੇ। ਫਿਰ ਜੋ ਨਾਇਕ ਵਾ ਨਾਵਲ ਦਾ ਦਲਜੀਤ ਸ਼ਿਮਲੇ ਆ ਕੇ ਨੌਕਰੀ ਕਰਦਾ ਆ, ਜਿਵੇਂ ਕਿ ਨਿਰੰਜਨ ਤਸਨੀਮ ਜੀ ਬਾਅਦ ਵਿੱਚ ਸ਼ਿਮਲੇ ਰਹੇ 10 ਸਾਲ। ਇਸ ਪਾਤਰ ਦੀ ਪੇਸ਼ਕਾਰੀ ਨਿਰੰਜਨ ਤਸਨੀਮ ਦੇ ਸਵੈ ਅਨੁਭਵ ਦਾ ਪ੍ਰਤੀਕਰਮ ਹੈ, ਵੈਰੀ ਇੰਪੋਰਟੈਂਟ। ਇਹ ਨਾਵਲ ਪੰਜਾਬੀਆਂ ਵਿੱਚ ਪ੍ਰਵਾਨ ਚੜ੍ਹੀ ਨੌਜਵਾਨ ਪੀੜ੍ਹੀ ਦੀਆਂ ਸਮੱਸਿਆਵਾਂ ਅਤੇ ਮਨੋਵੇਗਾਂ ਦਾ ਪ੍ਰਗਟਾਵਾ ਕਰਦਾ ਹੈ। ਠੀਕ ਹੈ ਜੀ। ਅਗਲਾ ਨਾਵਲ ਹਨੇਰਾ ਹੋਣ ਤੱਕ। ਨਰਿੰਦਰ ਰਾਹੀ ਨਾਮਕ ਮੁੱਖ ਪਾਤਰ ਦੇ ਆਰਥਿਕ ਸੰਕਟ, ਮਾਨਸਿਕ ਦਵੰਦ ਅਤੇ ਜਿਨਸੀ ਵਿਸ਼ਾਦ ਹੁੰਦਾ ਆ, ਉਦਾਸੀ ਜਿਨਸੀ ਵਿਸ਼ਾਦ ਨੂੰ ਪ੍ਰਗਟਾਉਂਦਾ ਹੈ। ਅਗਲਾ ਨੁਕਤਾ, ਇੱਕ ਹੋਰ ਨਵਾਂ ਸਾਲ ਨਾਵਲ। ਇਸ ਨਾਵਲ ਵਿੱਚ ਰਿਕਸ਼ਾ ਚਾਲਕ ਦੀਆਂ ਆਰਥਿਕ ਦੁਸ਼ਵਾਰੀਆਂ ਭਾਵ ਮੁਸੀਬਤਾਂ ਦਾ ਜ਼ਿਕਰ ਹੋਇਆ ਆ। ਇਹ ਨਾਵਲ ਨਿਰੰਜਨ ਤਸਨੀਮ ਦੇ 1 ਜਨਵਰੀ 1974 ਵਾਲੇ ਠੰਡ ਦੇ ਦਿਨ ਦੇ ਅਨੁਭਵ ਅਤੇ ਰਿਕਸ਼ਾ ਚਾਲਕਾਂ ਦੀ ਦੇਖੀ ਜਾਂ ਨਿਹਾਰੀ ਮੰਦੀ ਹਾਲਤ ਜਿਹੜੀ ਆ ਉਹ ਪ੍ਰੇਰਨਾ ਰੂਪ ਦੇ ਵਿੱਚ ਕਾਰਜਸ਼ੀਲ ਹੋਈ ਆ। ਠੀਕ ਹੈ ਜੀ। ਤੇ ਆਪਾਂ ਹੁਣ ਕਥਨ ਪੜ੍ਹਦੇ ਹਾਂ ਜੀ ਤਸਨੀਮ ਹੋਰਾਂ ਦਾ ਲਿਖਿਆ ਹੋਇਆ, ਜੋ ਉਹਨਾਂ ਨੇ ਆਪਣੀ ਸਵੈ ਜੀਵਨੀ ਆਈਨੇ ਦੇ ਰੂਬਰੂ ਦੇ ਪੇਜ ਨੰਬਰ 36 ਦੇ ਉੱਪਰ ਲਿਖਿਆ ਆ। ਮੈਂ ਹੂਬਹੂ ਪੜ੍ਹਨ ਲੱਗਾ ਆ, ਕਰਿਓ ਨੋਟ। ਉਦੋਂ ਨਿੱਜੀ ਤੌਰ ਤੇ ਵੀ ਮੈਂ ਆਰਥਿਕ ਮੰਦਹਾਲੀ ਵਿੱਚੋਂ ਲੰਘ ਰਿਹਾ ਸੀ। ਇਸ ਕਰਕੇ ਰਿਕਸ਼ਾ ਚਾਲਕ ਲਈ ਮੇਰੇ ਦਿਲ ਵਿੱਚ ਹਮਦਰਦੀ ਦੀ ਸਿੰਫਤੀ ਦੀ ਭਾਵਨਾ ਤੋਂ ਵਧੇਰੇ ਇੰਫਤੀ ਭਾਵ ਖਾਲੀਪਨ ਜਿਹੜਾ ਸੀਗਾ ਵਾਲੀ ਭਾਵਨਾ ਸੀ। ਯਾਨੀ ਮੈਂ ਉਹੀ ਬਣ ਗਿਆ ਸੀ ਜਿਸ ਨੂੰ ਕਿ ਮੈਂ ਚਿਤਵਿਆ ਸੀ। ਪਹਿਲੇ ਨਾਵਲਾਂ ਵਿੱਚ ਤਾਂ ਮੈਂ ਪਾਤਰਾਂ ਨੂੰ ਆਪਣੀ ਮਾਨਸਿਕਤਾ ਵੱਲ ਖਿੱਚਦਾ ਰਿਹਾ ਸੀ, ਲੇਕਿਨ ਇਸ ਨਾਵਲ ਵਿੱਚ ਮੈਂ ਪਾਤਰ ਦੀ ਕਲਪਿਤ ਮਾਨਸਿਕਤਾ ਵੱਲ ਆਪ ਖਿੱਚਿਆ ਗਿਆ। ਕੋਈ ਫਰਕ ਨਾ ਰਿਹਾ ਮੇਰੇ ਅਤੇ ਮੇਰੇ ਪਾਤਰ ਵਿੱਚ। ਇੱਕ ਮਿੱਕ ਹੋ ਗਏ ਦੋਨੋਂ ਲਿਖਣ ਵਾਲਾ ਅਤੇ ਲਿਖਿਆ ਜਾਣ ਵਾਲਾ। ਵੈਰੀ ਇੰਪੋਰਟੈਂਟ। ਇਹ ਨਿਰੰਜਨ ਤਸਨੀਮ ਹੋਰਾਂ ਦਾ ਸਵੈ ਕਥਨ ਆ, ਉਹਨਾਂ ਦੀ ਸਵੈ ਜੀਵਨੀ ਆਈਨੇ ਦੇ ਰੂਬਰੂ ਪੇਜ ਨੰਬਰ 36 ਦੇ ਉੱਪਰ ਦਰਜ ਆ। ਅਗਲਾ ਨੁਕਤਾ, ਨਾਵਲ ਜਦੋਂ ਸਵੇਰ ਹੋਈ। ਪਹਿਲੀ ਗੱਲ ਕਿ ਨਾਵਲ ਨਾਵਲਕਾਰ ਦੇ ਮੁੱਢਲੇ ਜੀਵਨ ਪੜਾਅ ਦੇ ਅਨੁਭਵ ਦਾ ਬਿੰਬ ਹੋ ਨਿਪਟਦਾ ਆ। ਜਦੋਂ ਸਵੇਰ ਹੋਈ ਨਾਵਲ ਇੱਕ ਪਾਸੇ ਮੁੱਖ ਪਾਤਰ ਬੀਰੀ ਦੇ ਪਰਿਵਾਰਕ ਜੀਵਨ ਨੂੰ ਅੰਕਿਤ ਕਰਦਾ ਹੈ ਤੇ ਦੂਜੇ ਪਾਸੇ ਆਜ਼ਾਦੀ ਦੇ ਘੋਲ ਦੌਰਾਨ ਜਾਤ ਦੇ ਆਧਾਰ ਤੇ ਹੁੰਦੇ ਵਿਤਕਰਿਆਂ ਅਤੇ ਇਨਸਾਨੀਅਤ ਨੂੰ
ਤਿਲਾਂਜਲੀ ਦੇ ਕੇ ਮਨੁੱਖਾਂ ਵੱਲੋਂ ਮਚਾਏ ਕੋਹਰਾਮ ਦੀ ਤਰਜਮਾਨੀ ਕਰਦਾ ਹੈ। ਤੇ ਮੁੱਕਦੀ ਗੱਲ, ਮੁੱਖ ਪਾਤਰ ਬੀਰੀ ਦੇ ਭਾਈਆ ਜੀ ਦੀ ਸ਼ਖਸੀਅਤ ਦੇ ਵਿਭਿੰਨ ਪਹਿਲੂ ਨਾਵਲਕਾਰ ਦੇ ਆਪਦੇ ਦਾਦਾ ਜੀ ਦੇ ਜੀਵਨ ਵਰਤਾਰੇ ਤੋਂ ਪ੍ਰਭਾਵਿਤ ਹੋਏ ਸਾਨੂੰ ਲੱਗਦੇ ਨੇ। ਇਹ ਗੱਲ ਉਹ ਆਪਣੀ ਇੱਕ ਪੁਸਤਕ ਦੇ ਵਿੱਚ ਮੰਨਦਾ ਵੀ ਆ। ਠੀਕ ਹੈ, ਅਗਲਾ ਨੁਕਤਾ, ਯੁਗਾਂ ਤੋਂ ਪਾਰ ਨਾਵਲ। ਪਹਿਲੀ ਗੱਲ ਕਿ ਈਸ਼ਵਰ ਚਿੱਤਰਕਾਰ ਤੇ ਆਧਾਰਿਤ ਵਾ ਇਹ ਨਾਵਲ। ਦੂਜੀ ਗੱਲ, ਈਸ਼ਵਰ ਚਿੱਤਰਕਾਰ ਦੀ ਪੇਸ਼ਕਾਰੀ ਨਾਵਲ ਵਿੱਚ ਹਰੀਮੀਤ ਨਾਂ ਦੇ ਪਾਤਰ ਦੇ ਰੂਪ ਵਿੱਚ ਹੋਈ ਆ। ਤੀਜੀ ਗੱਲ, ਹਰੀਮੀਤ ਦੀਆਂ ਮਨੋਬਿਰਤੀਆਂ ਅਨੁਕੂਲ ਪ੍ਰਤੀਕੂਲ ਜੀਵਨ ਸਥਿਤੀਆਂ ਦੀ ਦ ਇਲੀਅਡ ਨਾਮਕ ਮਹਾਂਕਾਵ ਦੇ ਰਚਨਾਕਾਰ ਅਤੇ ਪਾਤਰਾਂ ਨਾਲ ਸਮਾਨਤਾ ਦਿਖਾ ਕੇ ਹਰ ਕਾਲ ਵਿੱਚ ਵਿਚਰਦੇ ਮਨੁੱਖਾਂ ਦੀਆਂ ਸਥਿਤੀਆਂ, ਸੁਭਾਅ ਅਤੇ ਹੋਣੀ ਦੀ ਇੱਕ ਰੂਪਤਾ ਨੂੰ ਉਜਾਗਰ ਕੀਤਾ ਗਿਆ ਆ ਇਸ ਨਾਵਲ ਦੇ ਵਿੱਚ। ਤੇ ਨਿਰੰਜਨ ਤਸਨੀਮ ਹੋਰਾਂ ਦਾ ਕਥਨ ਪੜ੍ਹ ਲੈਂਦੇ ਆ। ਯੁਗਾਂ ਤੋਂ ਪਾਰ ਦੇ ਮੁੱਖ ਬੰਦ ਇਸ ਨਾਵਲ ਬਾਰੇ ਵਿੱਚ ਉਹ ਲਿਖਦੇ ਆ ਪੇਜ ਨੰਬਰ 8 ਦੇ ਉੱਤੇ, ਈਸ਼ਵਰ ਚਿੱਤਰਕਾਰ ਵਰਗਾ ਵਿਅਕਤੀ ਇੱਕੋ ਸਮੇਂ ਆਪਣੇ ਵਕਤ ਦਾ ਹੋਮਰ ਵੀ ਹੈ, ਜੇਤੂ ਅਕਲੀਜ਼ ਵੀ ਹੈ ਅਤੇ ਲੜਦਾ ਹੋਇਆ ਮਾਰਿਆ ਜਾਣ ਵਾਲਾ ਹੈਕਟਰ ਵੀ। ਅਗਲਾ ਨੁਕਤਾ, ਗੁਆਚੇ ਅਰਥ ਨਾਵਲ। ਨੰਬਰ 1, ਸਵੈ ਜੀਵਨੀ ਮੂਲਕ ਤਕਨੀਕ ਦਾ ਪ੍ਰਯੋਗ ਹੋਇਆ ਇਸ ਨਾਵਲ ਵਿੱਚ। ਨੰਬਰ 2, ਨਾਵਲ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ ਉਹਨਾਂ ਦੇ ਪ੍ਰਤੀਕਰਮ ਵਜੋਂ ਮਨੁੱਖਤਾ ਦੀ ਜ਼ਿਹਨੀਅਤ 'ਤੇ ਪੈਂਦੇ ਪ੍ਰਭਾਵਾਂ ਨੂੰ ਉਲੀਕਿਆ ਗਿਆ। ਇਸ ਵਿੱਚ ਅਜੋਕੇ ਪੰਜਾਬ ਦੇ ਸੰਕਟ ਨੂੰ ਜਾਂ ਤਰਾਸਦੀ ਨੂੰ ਰੂਪਮਾਨ ਕਰਦਾ ਇਹ ਨਾਵਲ ਨੇਤਰਗੋਚਰੇ ਹੁੰਦਾ ਆ। ਪੰਜਾਬ ਸੰਕਟ, ਜਿਹਨੂੰ ਕਿ ਨਾਵਲਕਾਰ ਨੇ ਸੰਤਾਪ ਨੂੰ ਹੰਢਾਇਆ ਆ, ਨਾਵਲ ਵਿੱਚ 5 ਦਿਨਾਂ ਦੀ ਵਾਰਤਾ ਰਾਹੀਂ ਪੇਸ਼ ਕੀਤਾ ਗਿਆ, ਸਾਡੇ ਸਾਹਮਣੇ ਆਉਂਦਾ ਆ। ਨਾਵਲ ਗੁਆਚੇ ਅਰਥ ਵਿੱਚ ਪ੍ਰੋਫੈਸਰ ਬਲਵੀਰ ਸਿੰਘ ਨਾਲ 5 ਦਿਨਾਂ ਵਿੱਚ ਵਾਪਰੀਆਂ ਘਟਨਾਵਾਂ ਰਾਹੀਂ ਨਾਵਲਕਾਰ ਨੇ ਸਮੇਂ ਦੇ ਕਰੂਰ ਅਤੇ ਕਰੂਪ ਸੱਚ ਦੀ ਪੇਸ਼ਕਾਰੀ ਨਿੱਜੀ ਅਨੁਭਵ ਨੂੰ ਗਲਪੀ ਜਾਮਾ ਪਹਿਨਾ ਕੇ ਕੀਤੀ ਆ। ਤੇ ਆਪਾਂ ਹੁਣ ਇਸ ਲੈਕਚਰ ਦੀ ਸਮਾਪਤੀ ਵੱਲ ਨੂੰ ਵਧਦੇ ਹਾਂ। ਨਿਰੰਜਨ ਤਸਨੀਮ ਨੇ ਆਪਣੀ ਸਮੁੱਚੀ ਨਾਵਲ ਰਚਨਾ ਦੌਰਾਨ ਜੀਵਨ ਅਨੁਭਵ ਨੂੰ ਕੇਂਦਰ ਬਿੰਦੂ ਬਣਾਇਆ। ਵੈਰੀ ਇੰਪੋਰਟੈਂਟ। ਉਸ ਦੀ ਗਲਪਕਾਰ ਵਾਲੀ ਸੋਝੀ ਨੇ ਉਸ ਨੂੰ ਅਨੁਭਵ ਬਿੰਬ ਦੀ ਸੁਹਜਾਤਮਕ ਤੇ ਸੁਭਾਵਿਕ ਪੇਸ਼ਕਾਰੀ ਦੀ ਸਮਰੱਥਾ ਬਖਸ਼ੀ, ਜਿਸ ਦੇ ਪ੍ਰਭਾਵ ਸਦਕਾ ਪਰਛਾਵੇਂ ਤੋਂ ਤਲਾਸ਼ ਕੋਈ ਸਦੀਵੀ ਤੱਕ ਉਹ ਭਾਵੁਕ ਵਿਗੋਚਿਆਂ, ਚਿੰਤਾਵਾਂ, ਹੇਰਵਿਆਂ, ਤ੍ਰਿਪਤੀਆਂ, ਅਤ੍ਰਿਪਤੀਆਂ, ਲਾਲਸਾਵਾਂ, ਆਰਥਿਕ ਸੰਕਟ, ਆਦਰਸ਼ਾਂ ਦੀ ਖੋਜ ਵਿੱਚ ਮਿਲਦੀਆਂ ਅਸਫਲਤਾਵਾਂ, ਫਿਰਕਾ ਪ੍ਰਸਤੀ, ਅਮਾਨਵੀਕਰਨ ਅਤੇ ਮਨੁੱਖ ਦੁਆਰਾ ਮਨੁੱਖ ਦੀ ਹੇਠੀ ਦੀ ਕਲਾਤਮਕ ਅਭਿਵਿਅਕਤੀ ਕਰਕੇ ਨਾਵਲ ਸਿਰਜਣਾ ਦੇ ਖੇਤਰ ਵਿੱਚ ਪਰੰਪਰਾ ਤੋਂ ਹਟ ਕੇ ਪ੍ਰਤੀਮਾਨ ਸਥਾਪਿਤ ਕਰਦਾ ਨਾਵਲਕਾਰ ਸਾਡੇ ਸਾਹਮਣੇ ਆਉਂਦਾ ਹੈ। ਪਿਆਰੇ ਵਿਦਿਆਰਥੀਓ, ਆਖਰ ਦੇ ਵਿੱਚ ਕੁਝ ਨੁਕਤੇ। ਨਿਰੰਜਨ ਤਸਨੀਮ ਹੋਰਾਂ ਦਾ ਦੇਹਾਂਤ 17 ਅਗਸਤ 2019 ਨੂੰ ਹੋਇਆ ਸੀਗਾ, ਸ਼ਾਮ ਨੂੰ 4 ਵਜੇ। ਕਾਫੀ ਟਾਈਮ ਤੋਂ ਉਹ ਬਿਮਾਰ ਸੀਗੇ ਤੇ ਲੁਧਿਆਣੇ ਵਿਖੇ ਉਹਨਾਂ ਦਾ ਦੇਹਾਂਤ ਹੋਇਆ। ਠੀਕ ਹੈ ਜੀ, ਸਥਾਨ ਨੋਟ ਕਰ ਲਵੋ। ਤੇ ਉਮਰ ਉਹਨਾਂ ਦੀ ਕੁੱਲ 90 ਸਾਲ ਆ। ਪੰਜਾਬੀ ਦੇ ਵਿੱਚ ਉਹਨਾਂ ਨੇ ਕੁੱਲ 10 ਨਾਵਲ ਲਿਖੇ। ਇੱਕ ਹੋਰ ਨਵਾਂ ਸਾਲ ਨਾਵਲ ਕਈ ਸਾਲ ਲਗਾਤਾਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਸਿਲੇਬਸ ਦਾ ਹਿੱਸਾ ਵੀ ਰਿਹਾ। ਵੈਰੀ ਇੰਪੋਰਟੈਂਟ। ਗੁਰਦਮਨ ਸਿੰਘ ਬੇਦੀ ਨਾਲ ਮਿਲ ਕੇ ਈਸ਼ਵਰ ਚਿੱਤਰਕਾਰ ਸਿਮਰਤੀ ਗ੍ਰੰਥ ਵੀ ਸੰਪਾਦਿਤ ਕੀਤਾ ਨਿਰੰਜਨ ਤਸਨੀਮ ਹੋਰਾਂ ਨੇ। ਤੇ ਨਿਰੰਜਨ ਤਸਨੀਮ ਹੋਰਾਂ ਦੇ ਪੁੱਤਰ ਦਾ ਨਾਮ ਵੀ ਨੋਟ ਕਰ ਲਓ, ਡਾਕਟਰ ਗੁਰਿੰਦਰਜੀਤ ਪੁਰੀ ਵੀ ਕਹਿ ਦਿੰਦੇ ਆ, ਡਾਕਟਰ ਗੁਰਿੰਦਰਜੀਤ ਸਿੰਘ ਵੀ ਉਹਨਾਂ ਦੇ ਪੁੱਤਰ ਨੂੰ ਕਹਿ ਦਿੰਦੇ ਆ। ਠੀਕ ਹੈ ਜੀ ਪਿਆਰੇ ਵਿਦਿਆਰਥੀਓ, ਮੈਨੂੰ ਉਮੀਦ ਆ ਕਿ ਅੱਜ ਦੇ ਲੈਕਚਰ ਵਿੱਚੋਂ ਤੁਹਾਨੂੰ ਬਹੁਤ ਕੁਝ ਅਹਿਮ, ਨਵਾਂ ਤੇ ਸਾਂਭਣਯੋਗ, ਯਾਦ ਰੱਖਣਯੋਗ ਮਿਲਿਆ ਹੋਊਗਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਲੈਕਚਰ ਨੂੰ ਬਹੁਤ ਧਿਆਨ ਨਾਲ ਸੁਣਿਆ ਹੋਊਗਾ। ਹੁਣ ਤੁਸੀਂ ਜੋ ਡਿਸਕ੍ਰਿਪਸ਼ਨ ਦੇ ਵਿੱਚ ਹੇਠਾਂ ਪ੍ਰਸ਼ਨ ਪਾਏ ਨੇ ਉਹਨਾਂ ਦੇ ਉੱਤਰ ਕਮੈਂਟ ਬਾਕਸ ਵਿੱਚ ਦੇਣੇ ਆ। ਤੇ ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਤੁਸੀਂ ਇਹ ਲੈਕਚਰ ਆਪਣੇ ਦੋਸਤਾਂ, ਆਪਣੇ ਵਿਦਿਆਰਥੀਆਂ, ਆਪਣੇ ਸਕੇ ਸੰਬੰਧੀਆਂ, ਆਪਣੇ WhatsApp, Facebook ਗਰੁੱਪਾਂ ਤੇ ਪੇਜਾਂ ਦੇ ਉੱਪਰ, Instagram,
ਟੈਲੀਗ੍ਰਾਮ ਦੇ ਉੱਪਰ ਸ਼ੇਅਰ ਜ਼ਰੂਰ ਕਰੋਗੇ। ਆਪਾਂ ਅਗਲੇ ਲੈਕਚਰ ਵਿੱਚ ਮਿਲਾਂਗੇ। ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।